ਧੰਨ ਵਾਹਿਗੁਰੂ ਸਾਹਿਬ ਜੀਓ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਊ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੁਆ ਸਮਾਉ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ 부ਝਾਏ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਊ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਊ। ਪਰਮ ਸਨਮਾਨਯੋਗ ਗੁਰੂ ਸਵਾਰੀ, ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਕਰ ਰਹੇ ਹਾਂ। ਸੋ ਇਸ ਲੜੀ ਦੇ ਤਹਿਤ 25ਵੀਂ ਪੌੜੀ ਦਾ ਪਾਠ ਬੜੇ ਅਦਬ ਸਹਿਤ ਆਪਾਂ ਸਾਰਿਆਂ ਨੇ ਹੁਣੇ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਮਿਹਰਾਮਤ ਕਰਨ, ਇਸ ਪਾਵਨ ਪੌੜੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਮੁਬਾਰਕ ਪੌੜੀ ਦੇ ਵਿੱਚ ਬੜੇ ਪਿਆਰੇ ਖਿਆਲਾਤ ਸਾਡੇ ਸਾਹਮਣੇ ਰੱਖਦਿਆਂ ਹੋਇਆਂ ਗੁਰੂ ਦੇ ਸ਼ਬਦ ਦੀ ਵਡਿਆਈ ਨੂੰ ਬਿਆਨ ਕੀਤਾ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਵੇਖੋ, ਜਦੋਂ ਆਪਾਂ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨੂੰ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਸ਼ਬਦ ਗੁਰੂ ਨੂੰ ਵਡਿਆਉਂਦਿਆਂ ਹੋਇਆਂ ਇੱਥੋਂ ਤੱਕ ਮੁਬਾਰਕ ਬਾਣੀ ਦੇ ਵਿੱਚ ਬਚਨ ਕਹਿ ਦਿੱਤੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਦੀ ਵਡਿਆਈ ਨੂੰ ਸਾਡੇ ਸਾਹਮਣੇ ਬਿਆਨ ਕਰਦਿਆਂ ਹੋਇਆਂ ਸਤਿਗੁਰੂ ਜੀ ਇਹ ਮਿਹਰਾਮਤਾਂ ਕਰਦੇ ਨੇ ਬਾਣੀ ਦੇ ਵਿੱਚ, ਬਿਨ ਸ਼ਬਦੈ ਸਭ ਜਗ ਭਵਰਾਨਾ, ਬਿਰਥਾ ਜਨਮ ਗਵਾਇਆ। ਬਲਕਿ ਸ਼ਬਦ ਨੂੰ
ਸਤਿਗੁਰੂ ਜੀ ਨੇ ਅੰਮ੍ਰਿਤ ਕਿਹਾ ਹੈ। ਅੰਮ੍ਰਿਤ ਉਸ ਵਸਤੂ ਦਾ ਨਾਮ ਹੈ ਜਿਹਨੂੰ ਪੀ ਕੇ, ਜਿਹਨੂੰ ਅਪਣਾ ਕੇ ਇਹ ਮੰਨਿਆ ਜਾਂਦਾ ਸੀ ਕਿ ਮਨੁੱਖ ਜਿਹੜਾ ਹੈ ਉਹ ਮ੍ਰਿਤਿੂ ਤੋਂ ਰਹਿਤ ਹੋ ਜਾਂਦਾ ਹੈ। ਐ ਅੰਮ੍ਰਿਤ ਜਿਹਨੂੰ ਧਾਰਨ ਕਰਕੇ ਮ੍ਰਿਤਿੂ ਨਹੀਂ ਆਉਂਦੀ। ਤੇ ਸਤਿਗੁਰੂ ਜੀ ਨੇ ਬਾਣੀ ਦੇ ਇਸ ਮੁਬਾਰਕ ਸ਼ਬਦ ਨੂੰ ਬਾਣੀ ਦੇ ਵਿੱਚ ਅੰਮ੍ਰਿਤ ਕਿਹਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਾਂ ਅੰਮ੍ਰਿਤ ਏਕੋ ਸ਼ਬਦ ਹੈ। ਸਤਿਗੁਰੂ ਜੀ ਮੁਬਾਰਕ ਬਾਣੀ ਦੇ ਵਿੱਚ ਸ਼ਬਦ ਨੂੰ ਅੰਮ੍ਰਿਤ ਕਹਿੰਦੇ ਨੇ। ਭਾਵ ਇਹ ਸ਼ਬਦ ਵੀ ਜਿਹੜਾ ਹੈ ਇਹ ਸਾਡੇ ਅੰਦਰਲੇ ਮਰੇ ਹੋਏ ਉਸ ਇਨਸਾਨ ਨੂੰ ਜਗਾਉਂਦਾ ਹੈ। ਸਾਡੀ ਜ਼ਮੀਰ ਨੂੰ ਇਹ ਸ਼ਬਦ ਜਿਹੜਾ ਹੈ ਉਹ ਮਰਨ ਨਹੀਂ ਦਿੰਦਾ। ਜਿਵੇਂ ਇਹ ਮੰਨਿਆ ਜਾਂਦਾ ਸੀ ਕਿ ਅੰਮ੍ਰਿਤ ਨਾਮ ਦਾ ਉਹ ਪਦਾਰਥ ਅਮਰ ਕਰ ਦਿੰਦਾ ਹੈ, ਮ੍ਰਿਤਿੂ ਤੋਂ ਰਹਿਤ ਕਰ ਦਿੰਦਾ ਹੈ। ਗੁਰੂ ਦਾ ਸ਼ਬਦ ਵੀ ਜਿਹੜਾ ਹੈ ਉਹ ਸਾਨੂੰ ਜ਼ਮੀਰ ਦੇ ਤਲ ਤੇ, ਆਤਮਾ ਦੇ ਤਲ ਤੇ ਮ੍ਰਿਤਿੂ ਤੋਂ ਰਹਿਤ ਕਰ ਦਿੰਦਾ ਹੈ। ਜਿਹਨੂੰ ਸਤਿਗੁਰੂ ਜੀ ਦੀ ਬਾਣੀ ਨੇ ਇਸ ਢੰਗ ਦੇ ਨਾਲ ਬਿਆਨ ਕੀਤਾ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੂ ਨਾ ਵਿਆਪੈ ਚਿੰਤਾ। ਹੁਣ ਵੇਖੋ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੇ ਕਿੰਨੇ ਗੋਹਜ ਭਾਵ ਨੇ। ਸਤਿਗੁਰੂ ਜੀ ਕਹਿ ਲਗੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਇਸ ਸ਼ਬਦ ਅੰਮ੍ਰਿਤ ਨੂੰ ਪੀ ਕੇ ਆਤਮਿਕ ਤੌਰ ਤੇ ਸਦਾ ਹੀ ਜੀਵਨ ਜਿਹੜਾ ਹੈ ਉਹ ਪ੍ਰਾਪਤ ਕਰ ਲਵੋ। ਭਾਵ ਵੀ ਜੇ ਤੁਸੀਂ ਇਸ ਅੰਮ੍ਰਿਤ ਸ਼ਬਦ ਦੇ ਨਾਲ ਸਾਂਝ ਬਣਾ ਲਈ ਤੇ ਫਿਰ ਤੁਹਾਡੀ ਜ਼ਮੀਰ ਨੂੰ ਮਰਨਾ ਨਹੀਂ ਪਵੇਗਾ। ਤੁਹਾਡੀ ਆਤਮਾ ਜਿਹੜੀ ਹੈ ਉਹ ਐ ਮ੍ਰਿਤ ਬਣ ਜਾਵੇਗੀ, ਉਹ ਮਰੇਗੀ ਨਹੀਂ। ਜਿਹਨੂੰ ਬਾਣੀ ਨੇ ਇਸ ਢੰਗ ਦੇ ਨਾਲ ਵੀ ਸਾਡੇ ਸਾਹਮਣੇ ਬਿਆਨ ਕੀਤਾ। ਸਤਿਗੁਰੂ ਜੀ ਕਹਿਣ ਲੱਗੇ ਮਿਰਤਕ ਕੋ ਪਾਇਓ ਤਨ ਸਾਸਾ, ਵਿਛੜਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਭਏ ਸ਼ਰੋਤੇ, ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ। ਸਤਿਗੁਰੂ ਜੀ ਕਹਿਣ ਲੱਗੇ ਆ ਗੁਰੂ ਦੇ ਸ਼ਬਦ ਦੀ ਵਡਿਆਈ ਹੈ, ਆ ਮਹਿਮਾ ਹੈ, ਆ ਸ਼ਬਦ ਦਾ ਕ੍ਰਿਸ਼ਮਾ ਹੈ, ਆ ਕਰਾਮਾਤ ਹੈ। ਵੀ ਜਿਵੇਂ ਬਾਹਰਲਾ ਇੱਕ ਮੰਨਿਆ ਜਾਂਦਾ ਅੰਮ੍ਰਿਤ, ਉਹ ਇਹ ਮੰਨਿਆ ਜਾਂਦਾ ਹੈ ਵੀ ਉਹ ਸਰੀਰ ਨੂੰ ਅਮਰ ਕਰ ਦਿੰਦਾ ਹੈ। ਤੇ ਮੈਂ ਜਿਹੜੀ ਬੇਨਤੀ ਕਰਨੀ ਚਾਹ ਰਿਹਾ, ਗੁਰੂ ਦੇ ਸ਼ਬਦ ਨੂੰ ਬਾਣੀ ਨੇ ਅੰਮ੍ਰਿਤ ਕਿਹਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਜਿੱਦਣ ਇਸ ਅੰਮ੍ਰਿਤ ਦੇ ਨਾਲ ਸਾਂਝ ਪੈ ਗਈ, ਸੱਚ ਜਾਣੀ ਫਿਰ ਕਦੇ ਵੀ ਤੇਰੀ ਆਤਮਾ ਨਹੀਂ ਮਰੇਗੀ, ਕਦੇ ਵੀ ਤੇਰਾ ਜ਼ਮੀਰ ਜਿਹੜਾ ਹੈ ਉਹ ਮਰੇਗਾ ਨਹੀਂ, ਕਦੇ ਤੇਰੇ ਅੰਦਰ ਬੈਠਾ ਉਹ ਇਨਸਾਨ ਨਹੀਂ ਮਰੇਗਾ, ਕਦੇ ਤੇਰੇ ਅੰਦਰ ਬੈਠਾ ਉਹ ਸ਼ੈਤਾਨ ਜਿਹੜਾ ਹੈ ਉਹ ਜਿੰਦਾ ਨਹੀਂ ਹੋਵੇਗਾ। ਜੇ ਤੂੰ ਇਸ ਸ਼ਬਦ ਦੇ ਨਾਲ ਸਾਂਝ ਬਣਾ ਲਵੇਂ, ਜੇ ਤੂੰ ਇਸ ਅੰਮ੍ਰਿਤ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਪੀ ਲਵੇਂ। ਤੇ ਸਤਿਗੁਰੂ ਜੀ ਇਸ ਮੁਬਾਰਕ ਪੌੜੀ ਦੇ ਵਿੱਚ ਇਸ ਸ਼ਬਦ ਦੀ ਵਡਿਆਈ ਨੂੰ ਬਿਆਨ ਕਰਦਿਆਂ ਹੋਇਆਂ ਇੱਥੋਂ ਤੱਕ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਗੁਰ ਕਾ ਸ਼ਬਦ ਰਤਨ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਗੁਰੂ ਦਾ ਜਿਹੜਾ ਸ਼ਬਦ ਹੈ ਨਾ ਉਹ ਰਤਨ ਵਰਗਾ ਕੀਮਤੀ ਹੈ। ਭਾਵ ਇੱਕ ਅਮੋਲਕ ਵਸਤੂ ਹੈ, ਇੱਕ ਅਮੋਲਕ ਦਾਤ ਹੈ। ਹੀਰੇ ਜਿੱਤ ਜੜਾਓ। ਤੇ ਸਤਿਗੁਰੂ ਜੀ ਕਹਿ ਲਗੇ ਇਹ ਜਿਹੜਾ ਸ਼ਬਦ ਰਤਨ ਹੈ ਨਾ, ਇਹ ਜਿਹੜੀ ਅਮੋਲਕ ਦਾਤ ਹੈ, ਇਹ ਪਰਮਾਤਮਾ ਦੇ ਗੁਣਾ ਰੂਪੀ ਹੀਰਿਆਂ ਦੇ ਨਾਲ ਜੜੀ ਹੋਈ ਹੈ। ਭਾਵ
ਇਸ ਸ਼ਬਦ ਦੇ ਵਿੱਚੋਂ ਪ੍ਰਾਪਤੀ ਹੋਣੀ ਹੈ ਤੈਨੂੰ ਉਸ ਪ੍ਰਮਾਤਮਾ ਦਿਆਂ ਗੁਣਾ ਰੂਪੀ ਹੀਰਿਆਂ ਦੀ। ਇਸੇ ਕਰਕੇ ਤੇ ਬਾਣੀ ਨੇ ਕਿਹਾ ਨਾ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇਂ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਸਤਿਗੁਰੂ ਜੀ ਕਹਿ ਲਗੇ ਇਹ ਸ਼ਬਦ ਵੀ ਅਮੁੱਲ ਹੈ। ਅੱਛਾ, ਜਿਹੜੇ ਗੁਣਾ ਰੂਪੀ ਹੀਰਿਆਂ ਦੇ ਨਾਲ ਇਹ ਜੜਿਆ ਹੋਇਆ, ਉਹ ਹੀਰੇ ਵੀ ਅਮੁੱਲ ਨੇ, ਅਮੋਲਕ ਨੇ, ਕੀਮਤੀ ਨੇ। ਤੇ ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਦਾ ਵਪਾਰ ਕਰਨ ਵਾਲੇ ਵੀ ਜਿਹੜੇ ਨੇ ਉਹ ਕੀਮਤੀ ਬਣ ਜਾਂਦੇ ਨੇ। ਜਿਹੜੇ ਗੁਰੂ ਦੇ ਸ਼ਬਦ ਦਾ ਵਪਾਰ ਕਰਦੇ ਨੇ ਨਾ, ਜਿਹੜੇ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਬਣਾਉਂਦੇ ਨੇ, ਸਤਿਗੁਰੂ ਜੀ ਕਹਿਣ ਲੱਗੇ ਉਹ ਵੀ ਫਿਰ ਕੀਮਤੀ ਅਮੋਲਕ ਬਣ ਜਾਂਦੇ ਨੇ। ਜਿਨ੍ਹਾਂ ਦੇ ਬਾਰੇ ਬਾਣੀ ਕਹਿੰਦੀ ਹੈ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ। ਜਿਨ੍ਹਾਂ ਦੇ ਬਾਰੇ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਇੱਕ ਸਿੱਖਿਆ ਨੂੰ, ਇੱਕ ਉਪਦੇਸ਼ ਨੂੰ ਵੀ ਆਪਣੇ ਜੀਵਨ ਦੇ ਵਿੱਚ ਸੁਣ ਲਿਆ ਜਾਵੇ ਤੇ ਗੁਰੂ ਸਾਹਿਬ ਜੀ ਕਹਿ ਲਗੇ ਫਿਰ ਇਸ ਮਤ ਦੇ ਵਿੱਚ ਸ਼ਬਦ ਰੂਪੀ ਰਤਨ ਜਿਹੜੇ ਨੇ ਉਹ ਜਦੋਂ ਆ ਕੇ ਵਸਦੇ ਨੇ, ਗੁਰੂ ਦਾ ਸ਼ਬਦ ਰੂਪੀ ਰਤਨ ਜਦੋਂ ਇਸ ਮਤ ਦੇ ਵਿੱਚ ਆ ਕੇ ਵਸਦਾ ਹੈ ਤੇ ਫਿਰ ਇਸ ਮਤ ਦੇ ਵਿੱਚ ਬੇਅੰਤ ਗੁਣਾ ਰੂਪੀ ਰਤਨ ਹੀਰੇ ਜਵਾਹਰਾਤ ਉਸ ਪਰਮਾਤਮਾ ਦੇ ਗੁਣਾ ਰੂਪੀ ਪੈਦਾ ਹੋ ਜਾਂਦੇ ਨੇ, ਉਹ ਇਸ ਮਤ ਦੇ ਵਿੱਚ ਆ ਜਾਂਦੇ ਨੇ। ਖੈਰ ਸਤਿਗੁਰੂ ਜੀ ਕਹਿੰਦੇ ਨੇ ਗੁਰ ਕਾ ਸ਼ਬਦ ਰਤਨ ਹੈ। ਸਤਿਗੁਰੂ ਜੀ ਕਹਿੰਦੇ ਕਿ ਗੁਰੂ ਦਾ ਜਿਹੜਾ ਸ਼ਬਦ ਹੈ ਨਾ ਇਹ ਰਤਨ ਵਰਗਾ ਕੀਮਤੀ ਹੈ, ਬੜਾ ਕੀਮਤੀ ਅਮੋਲਕ ਦਾਤ। ਤੇ ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਇਹ ਸ਼ਬਦ ਹੈ ਬਹੁਤ ਕੀਮਤੀ ਸੀ, ਪਰ ਸਾਡੇ ਸਵਾਰਥ ਨੇ, ਸਾਡੀ ਖੁਦਗਰਜ਼ੀ ਨੇ ਇਸ ਸ਼ਬਦ ਦੀ ਕੀਮਤ ਨੂੰ ਅੱਜ ਉਸ ਮੁਕਾਮ ਤੇ ਨਾ ਰਹਿਣ ਦਿੱਤਾ ਜਿਸ ਮੁਕਾਮ ਤੇ ਖਲੋ ਕਰਕੇ ਸਤਿਗੁਰੂ ਜੀ ਸਾਨੂੰ ਇਹ ਸ਼ਬਦ ਬਖਸ਼ਿਸ਼ ਕਰਦੇ ਨੇ। ਵੇਖੋ, ਮੈਂ ਅਕਸਰ ਇਸ ਗੱਲ ਦੀ ਬੇਨਤੀ ਕਰਿਆ ਕਰਦਾ ਵੀ ਇਹ ਸ਼ਬਦ ਦੀ ਕਰਾਮਾਤ ਹੈ। ਹੁਣ ਆਮ ਕਰਕੇ ਇਹ ਕਹਿ ਦਿੱਤਾ ਜਾਂਦਾ ਨਾ ਵੀ ਸਿੱਖੀ ਦੇ ਵਿੱਚ ਕਰਾਮਾਤ ਨਹੀਂ ਹੈ। ਕਰਾਮਾਤ ਹੈ, ਪਰ ਜਿਹੜੀ ਕਰਾਮਾਤ ਸਿੱਖੀ ਦੇ ਨਾਲ ਬਾਬਿਆਂ ਨੇ ਜੋੜ ਦਿੱਤੀ ਹੈ, ਜਿਹੜੀ ਕਰਾਮਾਤ ਸਿੱਖੀ ਦੇ ਨਾਲ ਬ੍ਰਾਹਮਣ ਨੇ ਸਾਧ ਸੰਗਤ ਜੀ ਜੋੜ ਦਿੱਤੀ ਹੈ, ਸਿੱਖੀ ਦੇ ਵਿੱਚ ਉਹ ਕਰਾਮਾਤ ਨਹੀਂ ਹੈ। ਸਿੱਖੀ ਦੇ ਵਿੱਚ ਫਿਰ ਕਿਹੜੀ ਕਰਾਮਾਤ ਹੈ? ਸਿੱਖੀ 'ਚ ਆ ਕਰਾਮਾਤ ਹੈ, ਸ਼ਬਦ ਦੇ ਵਿੱਚ ਆ ਕਰਾਮਾਤ ਹੈ, ਬਾਣੀ ਦੇ ਵਿੱਚ ਆ ਸ਼ਕਤੀ ਹੈ, ਆ ਪਾਵਰ ਹੈ ਬਾਣੀ ਦੇ ਵਿੱਚ ਕਿ ਬਾਣੀ ਭਾਈ ਲਹਿਣੇ ਵਰਗਿਆਂ ਦਾ ਜੀਵਨ ਬਦਲ ਕੇ ਰੱਖ ਦਿੰਦੀ ਹੈ। ਬਾਣੀ ਦੇ ਵਿੱਚ ਆ ਕਰਾਮਾਤ ਹੈ ਕਿ ਇਸ ਸ਼ਬਦ ਨੇ, ਇਸ ਰਤਨ ਬਾਣੀ ਨੇ, ਇਸ ਰਤਨ ਸ਼ਬਦ ਨੇ ਬਾਬਾ ਅਮਰਦਾਸ ਵਰਗਿਆਂ ਨੂੰ ਜਿਹੜੇ ਕਈ ਸਾਲ ਹੋ ਚੁੱਕੇ ਸਨ, ਉਹ ਗੰਗਾ ਦੇ ਉੱਤੇ ਜਾ ਕੇ ਤੀਰਥ ਇਸ਼ਨਾਨ ਕਰਦੇ ਨੇ, ਉਹਨਾਂ ਦੇ ਮਨ ਨੂੰ ਬਦਲ ਕੇ ਰੱਖ ਦਿੱਤਾ। ਆ ਕਰਾਮਾਤ ਹੈ ਸ਼ਬਦ ਦੇ ਵਿੱਚ। ਅਸੀਂ ਤਾਂ ਕਿਸੇ ਹੋਰ ਕਰਾਮਾਤ ਦੇ ਵਿੱਚ ਉਲਝ ਕੇ ਰਹਿ ਗਏ। ਸਾਨੂੰ ਤਾਂ ਖਿਮਾ ਕਰਨਾ, ਇਹ ਸ਼ਬਦ ਦੇ ਵਿੱਚੋਂ ਬ੍ਰਾਹਮਣੀਜ਼ਮ ਵਾਲੀਆਂ ਕਰਾਮਾਤਾਂ ਜਿਹੜੀਆਂ ਨੇ ਉਹ ਅੱਜ ਪ੍ਰਾਪਤ ਕਰਨ ਦੇ ਲਈ ਕਿਹਾ ਜਾ ਰਿਹਾ ਹੈ, ਉਲਝਾਇਆ ਜਾ ਰਿਹਾ ਹੈ, ਪਰ ਅਸਲ ਕਰਾਮਾਤ ਆ ਹੈ ਸ਼ਬਦ ਦੇ ਵਿੱਚ। ਵੀ ਭਾਈ ਬਿਧੀ ਚੰਦ ਵਰਗੇ ਜਿਨ੍ਹਾਂ ਦਾ ਕਿੱਤਾ ਚੋਰੀ ਦਾ ਹੈ, ਉਹ ਸ਼ਬਦ ਸੁਣਦੇ ਨੇ ਭਾਈ ਅਦਲੀ ਜੀ ਵਰਗਿਆਂ ਦੇ ਕੋਲੋਂ ਬਾਣੀ ਦਾ ਇਹ ਰਤਨ ਸ਼ਬਦ ਸੁਣ ਕੇ ਉਹ ਆਪਣੇ ਜੀਵਨ ਦੇ ਵਿੱਚ ਆਪਣੇ ਸਮੁੱਚੇ ਜੀਵਨ ਨੂੰ ਤਬਦੀਲ ਕਰ ਦਿੰਦੇ ਨੇ। ਆਪਾਂ ਬਹੁਤਾ ਦੂਰ ਨਾ ਜਾਈਏ। ਮੈਂ ਗਿਆਨੀ ਦਿੱਤ ਸਿੰਘ ਜੀ ਦਾ ਇਤਿਹਾਸ ਪੜ੍ਹ ਰਿਹਾ ਸੀ ਤੇ ਮੈਂ ਬੇਨਤੀ ਕਰਾਂ ਉਹਨਾਂ ਦਾ ਇਤਿਹਾਸ ਪੜ੍ਹਦਿਆਂ ਬਾਕਮਾਲ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਦੇ ਜੀਵਨ ਦੇ ਵਿੱਚੋਂ ਮੈਨੂੰ ਪੜ੍ਹਨ ਨੂੰ ਮਿਲੀਆਂ। ਤੇ ਤਰਾਸਦੀ ਇਸ ਗੱਲ ਦੀ ਹੈ, ਦੁੱਖ ਇਸ ਗੱਲ ਦਾ ਹੈ
कि ਗਿਆਨੀ ਦਿੱਤ ਸਿੰਘ जी बारे साडी कौम जिहड़ी है वो उस पद्धर दे उत्ते वफादारी उन्हां दे प्रति नहीं निभा सकी जिस पद्धर दा काम ਗਿਆਨੀ ਦਿੱਤ ਸਿੰਘ जी उन्हां वेलिਆਂ ਦੇ ਵਿੱਚ करके गए ने। मैं गल आप जी नाल कर रहा सी भी शब्द की करामात। हुण शब्द की करामात वेखो भी ਗਿਆਨੀ ਦਿੱਤ ਸਿੰਘ वर्गे जिहड़े ने ਜਦੋਂ वो शब्द ਦੇ ਨਾਲ ਸਾਂਝ ਬਣਾਉਂਦੇ ਨੇ ਤੇ ਗਿਆਨੀ ਦਿੱਤ ਸਿੰਘ वर्गे ਉਹ ਕਿਵੇਂ ਸਿੱਖੀ ਨੂੰ ਤਨੋਂ ਮਨੋਂ ਆਪਣਾ ਆਪ ਸਮਰਪਣ ਕਰ ਦਿੰਦੇ ਨੇ। ਜਦੋਂ ਆਪਾਂ ਗਿਆਨੀ ਦਿੱਤ ਸਿੰਘ जी ਦਾ ਜੀਵਨ ਪੜ੍ਹੀਏ ਤੇ ਉਹਨਾਂ ਨੇ ਆਪਣੀ ਸਿੱਖਿਆ ਜਿਹੜੀ ਹੈ ਉਹ ਅੰਬਾਲੇ ਦੇ ਇਲਾਕੇ ਦੇ ਕੋਲ ਇੱਕ ਨਗਰ ਪੈਂਦਾ ਹੈ, ਉਸ ਨਗਰ ਦੇ ਵਿੱਚ ਗੁਲਾਬ ਦਾਸੀਆਂ ਦੇ ਕੋਲ ਰਹਿ ਕੇ ਉਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ। ਤੇ ਸੁਭਾਵਿਕ ਗੱਲ ਹੈ ਉਹਨਾਂ ਦਾ ਪ੍ਰਭਾਵ ਉਹਨਾਂ ਦੇ ਜੀਵਨ ਦੇ ਉੱਤੇ ਪੈ ਜਾਣਾ ਇਹ ਸੁਭਾਵਿਕ ਬਾਤ ਸੀ। ਗੁਲਾਬ ਦਾਸੀਆਂ ਦਾ ਪ੍ਰਭਾਵ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਦੇ ਉੱਤੇ ਪਿਆ ਹੈ। ਇੱਥੋਂ ਅੰਬਾਲੇ ਤੋਂ ਸਿੱਖਿਆ ਪ੍ਰਾਪਤ ਕਰਕੇ ਲਾਹੌਰ ਚਲੇ ਗਏ ਨੇ ਤੇ ਉੱਥੇ ਜਾ ਕਰਕੇ ਉਹਨਾਂ ਦਾ ਰਾਬਤਾ ਸਰਦਾਰ ਜਵਾਹਰ ਸਿੰਘ ਜੀ ਹੋਰਾਂ ਦੇ ਨਾਲ ਹੁੰਦਾ ਹੈ ਤੇ ਉੱਥੇ ਜਾ ਕੇ ਉਹ ਸਰਦਾਰ ਜਵਾਹਰ ਸਿੰਘ ਜੀ ਜਿਹੜੇ ਨੇ ਉਹ ਆਰਿਆ ਸਮਾਜੀ ਨੇ ਤੇ ਆਰਿਆ ਸਮਾਜ ਦਾ ਪ੍ਰਭਾਵ ਗਿਆਨੀ ਦਿੱਤ ਸਿੰਘ ਜੀ ਦੇ ਉੱਤੇ ਪੈ ਜਾਂਦਾ ਹੈ। ਹੁਣ ਸ਼ਬਦ ਦੀ ਕਰਾਮਾਤ ਵੇਖਿਓ, ਮੈਂ ਜਿਹੜੀ ਆਪ ਜੀ ਦੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਪਹਿਲਾ ਪ੍ਰਭਾਵ ਉਸ ਸੰਸਥਾ ਦਾ ਪਿਆ ਜਿੱਥੇ ਗਿਆਨੀ ਦਿੱਤ ਸਿੰਘ ਜੀ ਹੋਰਾਂ ਨੇ ਵਿਦਿਆ ਪ੍ਰਾਪਤ ਕੀਤੀ ਗੁਲਾਬ ਦਾਸੀਆਂ ਦਾ। ਦੂਜਾ ਪ੍ਰਭਾਵ ਦਇਆਨੰਦ ਦੇ ਵੱਲੋਂ ਚਲਾਈ ਹੋਈ ਉਹ ਸੰਸਥਾ ਆਰਿਆ ਸਮਾਜ, ਉਹਦਾ ਪ੍ਰਭਾਵ ਗਿਆਨੀ ਦਿੱਤ ਸਿੰਘ ਜੀ ਦੇ ਉੱਤੇ ਪਿਆ ਤੇ ਗੁਲਾਬ ਦਾਸੀਆਂ ਦਾ ਪ੍ਰਭਾਵ ਤੇ ਇੰਨਾ ਕੁ ਗਹਿਰਾ ਉਹਨਾਂ ਦੇ ਜੀਵਨ ਦੇ ਉੱਤੇ ਪਿਆ ਕਿ ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਤਨ ਦੇ ਉੱਤੋਂ ਕੱਪੜੇ ਉਤਾਰ ਕੇ ਸਵਾਹ ਤਨ ਦੇ ਉੱਤੇ ਮਾਲੀ, ਵਾਲ ਜਿਹੜੇ ਸਨ ਉਹ ਖਰਲਾਰ ਲਏ ਤੇ ਉਹ ਜੋਗੀਆਂ ਦੇ ਵਾਂਗ ਜੋ ਗੁਲਾਬ ਦਾਸੀਆਂ ਦਾ ਪ੍ਰਭਾਵ ਹੈ ਉਸ ਨੂੰ ਕਬੂਲਦਿਆਂ ਹੋਇਆਂ ਜੋਗੀਆਂ ਦੇ ਵਾਂਗ ਉਹ ਭਗਤੀ ਵਾਲੇ, ਉਹ ਸਮਾਧੀ ਵਾਲੇ ਉਸ ਰਸਤੇ ਦੇ ਉੱਤੇ ਤੁਰ ਪਏ ਨੇ। ਖੈਰ ਲਾਹੌਰ ਰਹਿੰਦਿਆਂ ਗਿਆਨੀ ਦਿੱਤ ਸਿੰਘ ਜੀ ਦਾ ਵਾਹ ਪਿਆ ਹੈ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਨਾਲ। ਇਹ ਉਹ ਸ਼ਖਸੀਅਤ ਹੈ ਕੌਮ ਦੀ। ਵੈਸੇ ਮੈਂ ਇਹ ਬੇਨਤੀ ਕਰਾਂ, ਇਹ ਕੌਮ ਦੀਆਂ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਉਸ ਵੇਲੇ ਕੌਮ ਦੀ ਡੁੱਬਦੀ ਬੇੜੀ ਨੂੰ ਆਪਣਾ ਮੋਢਾ ਦੇ ਕੇ ਬਚਾਉਣ ਦਾ ਯਤਨ ਕੀਤਾ ਹੈ। ਕੇਵਲ ਬਚਾਏ ਨਹੀਂ, ਕੌਮ ਨੂੰ ਪਾਰ ਉਤਾਰਾ ਕਰ ਲਿਆ ਹੈ, ਕੌਮ ਨੂੰ ਕੰਢੇ ਤੇ ਲਾ ਦਿੱਤਾ ਹੈ। ਨਹੀਂ ਤਾਂ ਆਪਾਂ ਇਤਿਹਾਸ ਦੀਆਂ ਪੰਨਿਆਂ ਦੇ ਵਿੱਚੋਂ ਸਾਧ ਸੰਗਤ ਜੀ ਪੜ੍ਹੀਏ, ਕਦੇ ਸਮਾਂ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਤੱਕ ਸਿੱਖਾਂ ਦੀ ਗਿਣਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ 1 ਕਰੋੜ ਦੀ ਹੈ ਤੇ ਜਦੋਂ 1881 ਈਸਵੀ ਦੀ ਮਰਦਮਸ਼ੁਮਾਰੀ ਹੋਈ ਹੈ ਤੇ ਉਸ ਮਰਦਮਸ਼ੁਮਾਰੀ ਦੇ ਤਹਿਤ ਸਿੱਖਾਂ ਦੀ ਗਿਣਤੀ ਜਿਹੜੀ ਹੈ ਉਹ ਘਟ ਕੇ 18,53,429 ਰਹਿ ਜਾਂਦੀ ਹੈ। ਹੁਣ ਵੇਖੋ ਵੀ ਕਿੱਥੇ ਗਿਣਤੀ ਸੀ 1 ਕਰੋੜ ਦੇ ਲਾਗੇ, 1 ਕਰੋੜ ਤੱਕ, ਤੇ ਉਹ ਘਟ ਕੇ 18,53,429 ਰਹਿ ਜਾਂਦੀ ਹੈ। ਕਿਉਂ? ਕਿਉਂਕਿ ਉਸ ਵੇਲੇ ਸਿੱਖੀ ਨੂੰ 4 ਪਾਸਿਆਂ ਤੋਂ ਮਾਰਾਂ ਪੈ ਰਹੀਆਂ ਨੇ। ਉਸ ਵੇਲੇ ਸਿੱਖੀ ਨੂੰ ਈਸਾਈਅਤ ਵਾਲੇ ਪਾਸੇ ਤੋਂ ਮਾਰ ਪੈ ਰਹੀ ਹੈ, ਆਰਿਆ ਸਮਾਜੀ ਵਾਲੇ ਪਾਸੇ ਤੋਂ ਮਾਰ ਪੈ ਰਹੀ ਹੈ, ਬ੍ਰਾਹਮਣਾਂ ਤੋਂ ਮਾਰ ਪੈ ਰਹੀ ਹੈ ਤੇ ਸਿੱਖੀ ਦੇ ਘਰ ਦੇ ਵਿੱਚ ਜਿਹੜੇ ਡੇਰੇਦਾਰ ਨੇ, ਜਿਹੜੇ ਦੇਹਧਾਰੀ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਦੀ ਵੰਸ਼ ਦੇ ਵਿੱਚੋਂ ਅਖਵਾ ਰਹੇ ਨੇ, ਉਹਨਾਂ ਦੇ ਵੱਲੋਂ ਬੜੀ ਵੱਡੀ ਢਾਹ ਲਾਈ ਜਾ ਰਹੀ ਹੈ। ਪਰ ਚਾਰੇ ਪਾਸਿਆਂ ਤੋਂ ਮਾਰਾਂ ਪੈਂਦੀਆਂ ਹੋਈਆਂ ਜਦੋਂ ਇਹਨਾਂ ਕੌਮ ਦੇ ਯੋਧਿਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ, ਇਹਨਾਂ ਨੇ ਸਿੰਘ ਸਭਾ ਲਹਿਰ ਜਿਹੜੀ ਸੀ ਉਹ 1879 ਈਸਵੀ ਦੇ ਵਿੱਚ ਲਾਹੌਰ ਇਸ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ, ਜਿਸ ਲਹਿਰ ਦੇ ਤਹਿਤ ਹਰ ਇੱਕ ਨਗਰ ਦੇ ਵਿੱਚ ਸਿੰਘ ਸਭਾਵਾਂ ਕਾਇਮ ਹੋਈਆਂ, ਸਿੱਖੀ ਦਾ ਪ੍ਰਚਾਰ ਹੋਇਆ, ਗੁਰਮਤਿ ਦੀਆਂ ਸਿਧਾਂਤਾਂ ਦੀਆਂ ਗੱਲਾਂ ਹੋਈਆਂ ਤੇ ਇਹ ਉਹ ਯੋਧੇ ਨੇ
ਜਿਨ੍ਹਾਂ ਯੋਧਿਆਂ ਨੇ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੀਆਂ ਦੇਵੀ ਤੇ ਦੇਵਤਿਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ ਸਨ, ਉਹਨਾਂ ਮੂਰਤੀਆਂ ਨੂੰ ਚੁੱਕ ਕੇ ਬਾਹਰ ਸਟਾਇਆ। ਖੈਰ, ਆਪਾਂ ਗੱਲ ਕਰ ਰਹੇ ਸੀ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਦੀ, ਵੀ ਉਹਨਾਂ ਦੇ ਜੀਵਨ ਦੇ ਵਿੱਚ ਸ਼ਬਦ ਕਿਵੇਂ ਕਰਾਮਾਤ ਕਰਦਾ ਹੈ। ਹੁਣ ਗਿਆਨੀ ਗੁਰਮੁਖ ਸਿੰਘ ਜੀ ਦੇ ਨਾਲ ਇਹਨਾਂ ਦਾ ਰਾਬਤਾ ਕਾਇਮ ਹੁੰਦਾ ਹੈ, ਲਾਹੌਰ ਰਹਿੰਦੇ ਆ, ਤੇ ਗਿਆਨੀ ਗੁਰਮੁਖ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ, ਉਹ ਗਿਆਨੀ ਦਿੱਤ ਸਿੰਘ ਜੀ ਦੀ ਵਿਦਵਤਾ ਤੋਂ ਬੜੇ ਪ੍ਰਭਾਵਿਤ ਹੋਏ, ਕਿਉਂਕਿ ਵਿਦਵਾਨ ਬੜੇ ਸਨ, ਬੜੇ ਧਰਮ ਗ੍ਰੰਥ ਇਹਨਾਂ ਨੇ ਪੜ੍ਹੇ ਸਨ, ਵੈਦਿਕ ਤੇ ਪਿੰਗਲ ਦੇ ਬੜੇ ਮਾਹਰ ਸਨ ਗਿਆਨੀ ਦਿੱਤ ਸਿੰਘ ਜੀ। ਖੈਰ, ਆਪਣੀ ਵਿਦਵਤਾ ਦੇ ਇੰਨੇ ਕੁ ਇਹ ਮਹਾਨ ਸਨ ਕਿ ਆਰਿਆ ਸਮਾਜੀ ਸਵਾਮੀ ਦਇਆਨੰਦ ਨੂੰ 3 ਵਾਰੀ ਇਹ ਆਪਣੀ ਵਿਚਾਰ ਚਰਚਾ ਦੇ ਵਿੱਚ ਹਰਾਉਂਦੇ ਨੇ। 3 ਵਾਰੀ ਗਿਆਨੀ ਦਿੱਤ ਸਿੰਘ ਜੀ, ਇਹਨਾਂ ਦੇ ਜੀਵਨ ਦੇ ਉੱਤੇ ਗੁਲਾਬ ਦਾਸੀਆਂ ਦਾ ਅਸਰ ਪਿਆ ਹੈ, ਇਹਨਾਂ ਦੇ ਜੀਵਨ ਦੇ ਉੱਤੇ ਆਰਿਆ ਸਮਾਜੀਆਂ ਦਾ ਪ੍ਰਭਾਵ ਪਿਆ। ਪਰ ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਨਾਲ ਸਾਂਝ ਬਣੀ, ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਰਾਹੀਂ ਗੁਰੂ ਦੇ ਸ਼ਬਦ ਦੀ ਵਿਚਾਰਧਾਰਾ ਦਾ ਇਸ ਨੂੰ ਪਤਾ ਲੱਗਾ। ਹੁਣ ਕਮਾਲ ਦੀ ਬਾਤ ਵੇਖਿਓ, ਸ਼ਬਦ ਦੀ ਕਰਾਮਾਤ ਵੇਖਿਓ, ਵੀ ਇਹ ਰਤਨ ਸ਼ਬਦ ਜਿਹੜਾ ਹੈ, ਇਹ ਗਿਆਨੀ ਦਿੱਤ ਸਿੰਘ ਜੀ ਵਰਗਿਆਂ ਦੀ ਸੂਰਤ ਦੇ ਵਿੱਚੋਂ ਉਹ ਸਾਰਾ ਪ੍ਰਭਾਵ ਦੂਰ ਕਰਕੇ ਗਿਆਨੀ ਦਿੱਤ ਸਿੰਘ ਜੀ ਨੂੰ ਕੌਮ ਦੇ ਹੀਰੇ ਬਣਾ ਦਿੰਦਾ ਹੈ। ਕੌਮ ਦੇ ਹੀਰੇ, ਜਿਹੜੀ ਗੱਲ ਸਤਿਗੁਰੂ ਜੀ ਕਹਿੰਦੇ ਨੇ ਨਾ, ਮੇਰਾ ਹੀਰੇ ਰਤਨ ਨਾਮ ਹਰ ਵਸਿਓ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਹੁਣ ਗਿਆਨੀ ਦਿੱਤ ਸਿੰਘ ਜੀ ਜਿਹੜੇ ਨੇ, ਉਹ ਕੌਮ ਦੇ ਹੀਰੇ ਬਣ ਜਾਂਦੇ ਨੇ ਸ਼ਬਦ ਦੇ ਨਾਲ ਸਾਂਝ ਬਣਾ ਕਰਕੇ। ਜਿਹੜਾ ਗੁਲਾਬ ਦਾਸੀਆਂ ਦਾ ਪ੍ਰਭਾਵ ਸੀ, ਜਿਸ ਪ੍ਰਭਾਵ ਹੇਠ ਉਹਨਾਂ ਨੇ ਆਪਣੇ ਤਨ ਤੇ ਸਵਾਹ ਮਲ ਲਈ, ਆਪਣੇ ਤਨ ਦੇ ਉੱਤੇ ਇਹਨਾਂ ਨੇ ਸਵਾਹ ਜਿਹੜੀ ਮਲੀ ਸੀ ਉਹ ਸਵਾਹ ਲਾ ਦਿੱਤੀ, ਐ ਸਾਦੇ ਪਹਿਰਾਵੇ ਵਿੱਚ ਆ ਗਏ। ਵੈਸੇ ਇਹਨਾਂ ਦੇ ਜੀਵਨ 'ਚ ਇੱਕ ਘਟਨਾ ਵਾਪਰਦੀ ਹੈ, ਕਹਿੰਦੇ ਨੇ ਇੱਕ ਵਾਰੀ ਇਹ ਸਵਾਹ ਮਲ ਕੇ ਕਿਸੇ ਨਗਰ ਦੇ ਵਿੱਚੋਂ ਦੀ ਲੰਘੇ, ਤਨ ਦੇ ਉੱਤੇ ਵਾਲ ਖਿਲਾਰ ਕੇ ਸਵਾਹ ਮਲੀ ਸੀ, ਤੇ ਨਗਰ ਦੇ ਬੱਚੇ ਇਹਨਾਂ ਨੂੰ ਵੇਖ ਕੇ ਡਰ ਪਏ। ਇੱਕ ਲੜਕੀ ਇੰਨਾ ਭੈਭੀਤ ਹੋਈ ਵੀ ਇਹਨਾਂ ਨੂੰ ਭੂਤ ਸਮਝ ਕੇ ਕਈ ਦਿਨ ਉਹ ਬਿਮਾਰੀ ਦੇ ਵਿੱਚੋਂ ਬਾਹਰ ਨਾ ਨਿਕਲੀ, ਇੰਨਾ ਡਰੀ। ਇਹ ਰੋਜ਼ ਉਹਨਾਂ ਦੇ ਕੋਲ ਜਾਂਦੇ ਤੇ ਉਸ ਨੂੰ ਹੌਸਲਾ ਦਿੰਦੇ ਗਿਆਨੀ ਦਿੱਤ ਸਿੰਘ ਜੀ, ਵੀ ਮੈਂ ਕੋਈ ਭੂਤ ਨਹੀਂ, ਮੈਂ ਆਮ ਜਿਹਾ ਇਨਸਾਨ ਆ। ਪਰ ਇਸ ਘਟਨਾ ਨੇ, ਕਹਿੰਦੇ ਨੇ, ਇਹਨਾਂ ਦੇ ਜੀਵਨ ਦੇ ਉੱਤੇ ਐਸਾ ਗਹਿਰਾ ਅਸਰ ਕੀਤਾ। ਇਹਨਾਂ ਦੇ ਮਨ ਨੂੰ ਇੱਕ ਐਸੀ ਠੇਸ ਪਹੁੰਚੀ ਵੀ ਰੱਬ, ਬੱਚੇ ਜਿਹੜੇ ਨੇ ਉਹ ਰੱਬ ਦਾ ਰੂਪ ਹੋਇਆ ਕਰਦੇ ਨੇ, ਇਹ ਮੰਨਿਆ ਜਾਂਦਾ ਹੈ। ਤੇ ਜੇ ਮੇਰਾ ਇਹ ਸਰੂਪ ਵੇਖ ਕੇ ਬੱਚੇ ਮੇਰੇ ਤੋਂ ਡਰ ਗਏ ਨੇ, ਬੱਚੇ ਮੇਰੇ ਲਾਗੇ ਆਉਣ ਦੇ ਲਈ ਤਿਆਰ ਨਹੀਂ, ਤੇ ਫਿਰ ਰੱਬ ਕਿਵੇਂ ਮੇਰੇ ਲਾਗੇ ਆਉਣ ਦੇ ਲਈ ਤਿਆਰ ਹੈ। ਇਸ ਘਟਨਾ ਦੇ ਨਾਲ ਗਿਆਨੀ ਦਿੱਤ ਸਿੰਘ ਜੀ ਨੇ ਸ਼ਬਦ ਦੇ ਰਾਹੀਂ ਆਪਣੇ ਜੀਵਨ ਨੂੰ ਚੇਂਜ ਕਰ ਲਿਆ, ਸ਼ਬਦ ਦੇ ਨਾਲ ਜੁੜ ਕੇ। ਖੈਰ, ਮੈਂ ਬੇਨਤੀ ਕਰ ਰਿਹਾ ਸੀ ਵੀ ਸ਼ਬਦ ਦੀ ਆਹ ਕਰਾਮਾਤ ਹੈ, ਜਿਹਨੂੰ ਗੁਰਬਾਣੀ ਦਾ ਇਹ ਰਤਨ ਸ਼ਬਦ ਸਮਝ ਆ ਗਿਆ ਹੈ। ਤੇ ਇੱਥੇ ਹੀ ਬਸ ਨਹੀਂ, ਵੇਖੋ ਇਸ ਸ਼ਬਦ ਦਾ ਫਲਸਫਾ ਕਿੰਨਾ ਮਹਾਨ ਹੈ। ਗਿਆਨੀ ਦਿੱਤ ਸਿੰਘ ਜੀ ਦੇ ਪਿਤਾ ਜੀ ਹੋਏ ਨੇ, ਜਿਨ੍ਹਾਂ ਦਾ ਨਾਮ ਇਤਿਹਾਸ ਨੇ ਸੰਤ ਦੀਵਾਨ ਸਿੰਘ ਵੀ ਲਿਖਿਆ ਤੇ ਸੰਤ ਰਾਮ ਸਿੰਘ ਵੀ ਲਿਖਿਆ ਹੈ। ਹੁਣ ਉਹ ਬੜੇ ਵਿਦਵਾਨ ਇਨਸਾਨ ਸਨ ਗਿਆਨੀ ਦਿੱਤ ਸਿੰਘ ਜੀ ਦੇ ਪਿਤਾ, ਤੇ ਉਹਨਾਂ ਦੇ ਉੱਤੇ ਵੀ ਗੁਲਾਬ ਦਾਸੀਆਂ ਦਾ ਅਸਰ ਹੈ, ਪ੍ਰਭਾਵ ਹੈ। ਹੁਣ ਉਹ ਬੜੇ ਵੱਡੇ ਵਿਦਵਾਨ ਨੇ, ਬੜੇ ਵੱਡੇ, ਤੇ ਵਿਦਵਤਾ ਦੇ ਨਾਲ ਧਰਮ ਦੀਆਂ ਵੱਖ-ਵੱਖ ਚਰਚਾਵਾਂ ਕਰਨਾ ਉਹਨਾਂ ਦਾ ਮਨ ਭਾਉਂਦਾ ਸ਼ੌਂਕ ਬਣ ਗਿਆ। ਤੇ ਇਹ ਮੰਨਿਆ ਜਾਂਦਾ ਹੈ ਵੀ ਉਹ ਕਿਸੇ ਵੀ ਧਰਮ ਚਰਚਾ ਦੇ ਵਿੱਚ ਕਦੇ ਹਾਰੇ ਨਹੀਂ ਸਨ। ਪਰ ਜਦੋਂ ਆਪਾਂ ਗਿਆਨੀ ਦਿੱਤ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਾਡੇ ਸਾਹਮਣੇ ਇਹ ਗੱਲ ਆਉਂਦੀ ਹੈ ਵੀ ਜਦੋਂ ਗਿਆਨੀ ਦਿੱਤ ਸਿੰਘ ਜੀ ਦੀ ਵਿਚਾਰ ਚਰਚਾ ਆਪਣੇ ਪਿਤਾ ਜੀ ਦੇ ਨਾਲ ਹੀ ਹੋਈ,
ਧਰਮ ਦੇ ਵਿਸ਼ੇ ਦੇ ਉੱਤੇ, ਤੇ ਉਦੋਂ ਗਿਆਨੀ ਦਿੱਤ ਸਿੰਘ ਜੀ ਉਦੋਂ ਤੱਕ ਸਿੱਖੀ ਦੇ ਦਾਇਰੇ ਦੇ ਵਿੱਚ ਆ ਚੁੱਕੇ ਨੇ। ਉਦੋਂ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਦੇ ਨਾਲ ਸਾਂਝ ਬਣ ਚੁੱਕੀ ਹੈ। ਤੇ ਸੱਚ ਜਾਣਿਓ, ਸ਼ਬਦ ਦੀਆਂ ਇੰਨੀਆਂ ਭਰਪੂਰ ਦਲੀਲਾਂ ਗਿਆਨੀ ਦਿੱਤ ਸਿੰਘ ਜੀ ਨੇ ਆਪਣੇ ਪਿਤਾ ਦੇ ਸਾਹਮਣੇ ਰੱਖੀਆਂ ਕਿ ਇਹਨਾਂ ਦੇ ਪਿਤਾ ਨੂੰ, ਜਿਹੜੇ ਬੜੇ ਵੱਡੇ ਵਿਦਵਾਨ ਨੇ, ਜਿਨ੍ਹਾਂ ਦੇ ਕੋਲ ਧਰਮ ਚਰਚਾਵਾਂ ਕਰਨਾ, ਜਿਨ੍ਹਾਂ ਦਾ ਆਪਣਾ ਇੱਕ ਨਿੱਜੀ ਵਿਸ਼ਾ ਬਣ ਚੁੱਕਾ ਹੈ, ਉਹਨਾਂ ਦੇ ਪਿਤਾ ਜੀ ਨੂੰ ਵੀ ਗੁਰਬਾਣੀ ਦੇ ਸ਼ਬਦ ਦੇ ਇਸ ਫਲਸਫੇ ਦੇ ਸਾਹਮਣੇ ਸਿਰ ਝੁਕਾਉਣਾ ਪਿਆ ਤੇ ਗਿਆਨੀ ਦਿੱਤ ਸਿੰਘ ਜੀ ਦੇ ਕੋਲੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਐਡਾ ਮਹਾਨ ਇਹ ਸ਼ਬਦ ਦਾ ਵਿਰਸਾ ਹੈ। ਆਹ ਕਰਾਮਾਤ ਹੈ। ਖਿਮਾ ਕਰਨਾ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਵੀ ਸਾਡਿਆਂ ਤੇ ਬਾਬਿਆਂ ਨੇ ਸਾਨੂੰ ਸ਼ਬਦ ਦੇ ਪਰਥਾਏ ਉਲਝਾਈ ਕਿਸੇ ਹੋਰ ਪਾਸੇ ਦਿੱਤਾ। ਮੈਂ ਪਿਛਲੇ ਦਿਨੀ ਬੇਨਤੀ ਕੀਤੀ ਸੀ ਵੀ ਦੁੱਧ ਨਾ ਸਾਡੇ ਘਰ ਮੱਝ ਦਿੰਦੀ ਹੋਵੇ ਤੇ ਸਾਡੇ ਬਾਬੇ ਸ਼ਬਦ ਦੇ ਦਿੰਦੇ ਨੇ। ਕਿਸੇ ਦਾ ਕੋਈ ਕੋਰਟ ਕਚਹਿਰੀ ਦੇ ਵਿੱਚ ਕੇਸ ਚੱਲ ਰਿਹਾ ਤੇ ਸਾਡੇ ਬਾਬਿਆਂ ਨੇ ਸ਼ਬਦ ਦੇ ਦਿੱਤਾ। ਕਿਸੇ ਦੇ ਘਰ ਬੱਚਾ ਨਹੀਂ ਹੁੰਦਾ ਤੇ ਤਾਂ ਸਾਡੇ ਬਾਬੇ ਸ਼ਬਦ ਬਾਣੀ ਦਾ ਸਾਡੇ ਨਾਲ ਚੁੱਕ ਕੇ ਸਾਨੂੰ ਦੇ ਦਿੰਦੇ ਨੇ। ਮੇਰੀ ਭਾਵਨਾ ਨੂੰ ਸਮਝਿਓ, ਸਾਧ ਸੰਗਤ ਜੀ, ਬਾਣੀ ਪੜ੍ਹਨੀ ਮਾੜੀ ਗੱਲ ਨਹੀਂ, ਪਰ ਇਹੋ ਜਿਹੀਆਂ ਭਰਮਾਂ ਦੇ ਵਿੱਚ ਪੈ ਕਰਕੇ ਬਾਣੀ ਪੜ੍ਹਨੀ ਇਹ ਗੁਰਮਤਿ ਦੀਆਂ ਸਿਧਾਂਤਾਂ ਦੇ ਅਨੁਕੂਲ ਵੀ ਨਹੀਂ ਹੈ। ਸਾਨੂੰ ਤਾਂ ਇਹੋ ਜਿਹੇ ਲੋਕ ਵੀ ਮਿਲੇ ਨੇ। ਕੈਂਪ ਲਾਉਣ ਜਾਈਦਾ ਸੀ ਤੇ ਬੱਚਿਆਂ ਨੇ ਗਲਾਂ ਦੇ ਵਿੱਚ, ਮੋਢਿਆਂ ਦੇ ਉੱਤੇ ਤਵੀਤ ਬੰਨੇ ਹੋਣੇ, ਤੇ ਕੈਂਪ ਦੇ ਦੌਰਾਨ ਇੱਕ ਬੱਚੇ ਨੇ ਮੋਢੇ ਦੇ ਉੱਤੇ ਤਵੀਤ ਬੰਨਿਆ ਤੇ ਆਦਤ ਸੀ ਵੀ ਬੱਚਿਆਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰੀਏ, ਉਹਨਾਂ ਨੂੰ ਬਚਪਨ ਤੋਂ ਹੀ ਪੰਜਾਂ ਕਕਾਰਾਂ ਦੀ ਗੱਲ ਸਮਝਾ ਦਈਏ। ਤੇ ਜਦੋਂ ਬੱਚਿਆਂ ਦੇ ਨਾਲ ਸਾਂਝ ਬਣਾਈ ਨਾ ਵੀ ਇਹ ਤਵੀਤ ਕਿਉਂ ਬੰਨੇ ਨੇ ਤੇ ਸਾਰੇ ਜਿਨ੍ਹਾਂ ਨੇ ਬੰਨੇ ਨੇ ਉਹ ਲਾ ਕੇ ਸਾਨੂੰ ਦੇ ਦਿਓ, ਤੇ ਉਹ ਮੈਂ ਵੇਖਿਆ ਵੀ ਉਸ ਬੱਚੇ ਨੇ ਮੋਢੇ ਦੇ ਵਿੱਚੋਂ ਜਦੋਂ ਆਪਣਾ ਤਵੀਤ ਲਾ ਕੇ ਦਿੱਤਾ ਨਾ ਮੋਢੇ ਤੋਂ, ਤੇ ਉਹ ਤਵੀਤ ਨੂੰ ਮੈਂ ਖੋਲ੍ਹਿਆ ਸਾਧ ਸੰਗਤ ਜੀ, ਉਸ ਤਵੀਤ ਦੇ ਵਿੱਚ ਜਪਜੀ ਸਾਹਿਬ ਦੀਆਂ 5 ਪੌੜੀਆਂ ਲਿਖ ਕੇ ਇੱਕ ਕਾਗਜ਼ ਦੇ ਉੱਤੇ ਤੇ ਉਹ ਉਸ ਤਵੀਤ ਦੇ ਵਿੱਚ ਪਾਈਆਂ। ਮੈਂ ਪੁੱਛਿਆ ਵੀ ਇਹ ਕਿਉਂ? ਕਹਿੰਦਾ ਜੀ ਇਹ ਮੇਰੀ ਮੰਮੀ ਨੇ ਬੰਨੀਆਂ ਨੇ। ਤੇ ਮੈਂ ਕਿਹਾ ਕਿਉਂ? ਕਹਿੰਦਾ ਮੇਰਾ ਵੱਡਾ ਭਰਾ ਜਿਹੜਾ ਉਹ ਬੜਾ ਬਿਮਾਰ ਰਹਿੰਦਾ ਹੈ ਤੇ ਮੰਮੀ ਨੇ ਇਹ ਮੋਢੇ ਦੇ ਨਾਲ ਬੰਨ੍ਹ ਦਿੱਤੀਆਂ ਨੇ ਵੀ ਜੇ ਉਹ ਬਿਮਾਰ ਰਹਿੰਦਾ ਹੈ ਤੇ ਉਹ ਕਿਤੇ ਤੂੰ ਵੀ ਨਾ ਬਿਮਾਰ ਰਹਿਣ ਲੱਗ ਜਾਵੇਂ, ਇਸ ਕਰਕੇ ਮੰਮੀ ਨੇ ਇਹ ਕਿਹਾ ਹੈ ਵੀ ਇਹ 5 ਪੌੜੀਆਂ ਤੇਰੀ ਰੱਖਿਆ ਕਰਨਗੀਆਂ। ਤੇ ਮੈਂ ਹੈਰਾਨ ਸੀ ਵੀ ਅਸੀਂ ਗੁਰਬਾਣੀ ਨੂੰ, ਜਿਹਨੇ ਸਾਡੀ ਜੀਵਨ ਜਾਚ ਨੂੰ ਬਦਲਣਾ ਹੈ, ਅਸੀਂ ਅੱਜ ਕਿਸ ਸੰਦਰਭ ਦੇ ਵਿੱਚ ਬਾਣੀ ਨੂੰ ਯੂਜ਼ ਕਰ ਰਹੇ ਹਾਂ। ਖੈਰ, ਅਗਲੇ ਦਿਨ ਉਸ ਬੱਚੇ ਦੀ ਮਾਂ ਨੂੰ ਬੁਲਾਇਆ, ਹੱਥ ਜੋੜ ਕੇ ਬੇਨਤੀ ਕੀਤੀ, ਮੇਰੀਏ ਭੈਣੇ, ਜੇ ਇਸ 5 ਪੌੜੀਆਂ ਨੂੰ ਤੂੰ ਬੱਚੇ ਦੇ ਮੋਢੇ ਦੇ ਉੱਤੇ ਤਵੀਤ ਦੇ ਵਿੱਚ ਬੰਨਣ ਦੀ ਬਜਾਏ ਜੇ ਕਿਤੇ ਇਹਦੀ ਸੁਰਤ ਦੇ ਵਿੱਚ ਤੂੰ ਇਹ 5 ਪੌੜੀਆਂ ਪਾ ਦੇਵੇਂ ਤੇ ਸੱਚ ਜਾਣੀ ਇਹਨਾਂ 5 ਪੌੜੀਆਂ ਨੂੰ ਪੜ੍ਹਦਾ ਇਹ ਇਸ ਮੁਕਾਮ ਤੇ ਪਹੁੰਚ ਜਾਵੇਗਾ ਵੀ ਇਹਦੀ ਜ਼ਿੰਦਗੀ ਦੇ ਵਿੱਚ ਜੇ ਦੁੱਖ ਆਏਗਾ ਵੀ ਤੇ ਇਹ ਬੜੇ ਫਕਰ ਦੇ ਨਾਲ ਇਹ ਗੱਲ ਕਵੇਗਾ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੀਦਾਤ ਤੇਰੀ ਦਾਤਾਰ। ਮੈਂ ਬੇਨਤੀ ਕਰ ਰਿਹਾ ਸੀ ਵੀ ਅਸੀਂ ਕਿਹੜੇ ਪਾਸੇ ਤੁਰਦੇ ਜਾ ਰਹੇ ਹਾਂ। ਬਾਣੀ ਦੇ ਵਿੱਚ ਆਹ ਕਰਾਮਾਤ ਸੀ, ਆਹ ਸ਼ਕਤੀ ਸੀ। ਵਿਗਿਆਨੀ ਦਿੱਤ ਸਿੰਘ ਵਰਗਿਆਂ ਦਾ ਜੀਵਨ ਜਿਹੜਾ ਹੈ ਉਹ ਬਾਣੀ ਬਦਲ ਕੇ ਰੱਖ ਦਿੰਦੀ ਹੈ। ਉਹਨਾਂ ਨੂੰ ਕੌਮ ਦੇ ਹੀਰੇ ਬਣਾ ਜਾਂਦੀ ਹੈ ਬਾਣੀ। ਖੈਰ, ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਜ ਦੀ ਇਸ ਪੌੜੀ ਦੇ ਵਿੱਚ ਬੜੀ ਪਿਆਰੀ ਗੱਲ ਕਹੀ ਹੈ। ਸਤਿਗੁਰੂ ਜੀ ਕਹਿ ਲਗੇ, ਗੁਰ ਕਾ ਸ਼ਬਦ ਰਤਨ ਹੈ। ਗੁਰੂ ਦਾ ਜਿਹੜਾ ਸ਼ਬਦ ਹੈ ਉਹ ਰਤਨ ਦੇ ਵਾਂਗ ਕੀਮਤੀ ਹੈ, ਵਡਮੁੱਲੀ ਦਾਤ ਹੈ। ਹੀਰੇ ਜਿਤ ਜੜਾਓ, ਤੇ ਇਸ ਦੇ ਵਿੱਚ ਗੁਣਾ ਰੂਪੀ ਹੀਰੇ ਜੜੇ ਹੋਏ ਨੇ। ਸ਼ਬਦ ਰਤਨ ਜਿਤ ਮਨ ਲਾਗਾ, ਜਿਸ ਮਨੁੱਖ ਦੇ ਮਨ ਨੇ ਇਸ ਸ਼ਬਦ ਰਤਨ ਨੂੰ ਪ੍ਰਵਾਨ ਕਰ ਲਿਆ, ਇਹ ਹੋਆ ਸਮਾਓ। ਸਤਿਗੁਰੂ ਜੀ ਕਹਿਣ ਲੱਗੇ, ਹਮੇਸ਼ਾ ਉਹਦੀ ਲੀਨਤਾ ਫਿਰ ਸੱਚ ਦੇ ਵਿੱਚ ਬਣੀ ਰਹਿੰਦੀ ਹੈ, ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਬਣੀ ਰਹਿੰਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਉ। ਜਿਹਦਾ ਮਨ ਸ਼ਬਦ ਦੇ ਨਾਲ ਮਿਲ ਜਾਂਦਾ ਹੈ, ਉਹਦਾ ਪਿਆਰ ਫਿਰ ਸੱਚੇ ਪ੍ਰਮਾਤਮਾ ਦੇ ਨਾਲ
ਬਣਦਾ ਹੈ, ਝੂਠ ਦੇ ਨਾਲ ਉਹਦਾ ਪਿਆਰ ਨਹੀਂ ਬਣਦਾ। ਫਿਰ ਉਹ ਗਿਆਨੀ ਦਿੱਤ ਸਿੰਘ ਜੀ ਦੇ ਵਾਂਗ ਉਹ ਫਿਰ ਇਹੋ ਜਿਹੀਆਂ ਕਰਮ ਕਾਂਡਾਂ ਦੇ ਨਾਲ ਪਿਆਰ ਨਹੀਂ ਬਣਾਉਂਦੇ ਵੀ ਸਰੀਰ ਤੇ ਸਵਾਹ ਮਲ ਲੈਣੀ ਜਾਂ ਵਾਲ ਖਿਲਾਰ ਲੈਣੇ। ਫਿਰ ਉਹ ਸੱਚ ਦੇ ਨਾਲ ਪਿਆਰ ਬਣਾਉਂਦੇ ਨੇ। ਤੇ ਸਤਿਗੁਰੂ ਜੀ ਕਹਿਣਗੇ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਇਹ ਰਤਨ, ਇਹ ਹੀਰੇ ਰੂਪੀ ਗੁਣ ਜਿਹੜੇ ਨੇ ਇਹ ਉਸ ਇਨਸਾਨ ਦੇ ਜੀਵਨ 'ਚ ਟਿਕੇ ਰਹਿੰਦੇ ਨੇ ਜਿਹੜੇ ਸ਼ਬਦ ਦੇ ਨਾਲ ਸਾਂਝ ਬਣਾਉਂਦੇ ਨੇ ਤੇ ਪਰਮਾਤਮਾ ਫਿਰ ਉਹਨਾਂ ਨੂੰ ਇਹ ਆਪ ਦਾਤ ਬਖਸ਼ਿਸ਼ ਕਰਦਾ ਹੈ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਤਿਗੁਰੂ ਜੀ ਕਹਿਣ ਲੱਗੇ ਨਾਨਕ ਇਹ ਗੱਲ ਆਖਦਾ ਹੈ ਗੁਰੂ ਦਾ ਸ਼ਬਦ ਬੜੀ ਵਡਮੁੱਲੀ ਦਾਤ ਹੈ, ਬੜਾ ਕੀਮਤੀ ਰਤਨ ਹੈ। ਸਤਿਗੁਰੂ ਜੀ ਕਹਿਣ ਲੱਗੇ ਇਹ ਸ਼ਬਦ ਰੂਪੀ ਰਤਨ ਗੁਣਾ ਰੂਪੀ ਹੀਰਿਆਂ ਦੇ ਨਾਲ ਜੜਿਆ ਹੋਇਆ ਹੈ। ਆਓ ਸਾਧ ਸੰਗਤ ਜੀ ਆਪਾਂ ਇਸ ਸ਼ਬਦ ਰਤਨ ਨੂੰ ਸਮਝਣ ਦਾ ਯਤਨ ਕਰੀਏ। ਇਸ ਐਡੇ ਮਹਾਨ ਖਜ਼ਾਨੇ ਨੂੰ, ਐਡੀ ਅਮੋਲਕ ਦਾਤ ਨੂੰ ਅਸੀਂ ਐਵੇਂ ਨਾ ਆਪਣੇ ਜੀਵਨ ਦੇ ਵਿੱਚ ਵਹਿਮਾਂ ਭਰਮਾਂ ਦੇ ਤਹਿਤ ਅਪਣਾਈਏ। ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕਹੀ ਹੈ। ਉਹ ਕਹਿ ਲਗੇ ਕਬੀਰਾ ਏਕ ਅਚੰਭੋ ਦੇਖਿਆ ਹੀਰਾ ਹਾਟ ਵਿਕਾਏ, ਬਣਜਨ ਹਾਰੈ ਬਾਹਰਾ ਕੌਡੀ ਬਦਲੇ ਜਾਏ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਇੱਕ ਹੈਰਾਨ ਕਰ ਦੇਣ ਵਾਲਾ ਵਰਤਾਰਾ ਵੇਖਿਆ ਵੀ ਹੀਰਾ ਜਿਹੜਾ ਹੈ ਨਾ ਉਹ ਦੁਕਾਨ ਤੇ ਵਿਕ ਰਿਹਾ ਸੀ। ਤੇ ਅੰਦਾਜ਼ਾ ਲਗਾਓ ਵੀ ਜੇ ਹਰ ਚਾਰ ਦੁਕਾਨ ਤੇ ਹੀਰਾ ਵਿਕ ਰਿਹਾ ਸੀ ਤੇ ਫਿਰ ਉਸ ਹੀਰੇ ਦੀ ਕੀਮਤ ਕੀ ਰਹਿ ਗਈ ਹੋਵੇਗੀ। ਕਿਉਂਕਿ ਹੀਰਾ ਇੰਨੀ ਅਮੋਲਕ ਦਾਤ ਹੈ, ਉਹ ਹਾਰੀ ਸਾਰੀ ਦੁਕਾਨ ਤੇ ਨਹੀਂ ਵਿਕਦਾ। ਉਹ ਈਵਨ ਕਿ ਸੁਨਿਆਰਿਆਂ ਦੀਆਂ ਦੁਕਾਨਾਂ ਤੇ ਵੀ ਨਹੀਂ ਵਿਕਦਾ। ਸਾਰੇ ਸੁਨਿਆਰੇ ਵੀ ਜਿਹੜੇ ਨੇ ਉਹ ਹੀਰਾ ਨਹੀਂ ਰੱਖਦੇ। ਹੀਰਾ ਕੁਝ ਕੁ 94 ਲੋਕ ਦੁਕਾਨਾਂ ਦੇ ਉੱਤੇ ਰੱਖਦੇ ਨੇ। 94 ਸੁਨਿਆਰੇ ਜਿਹੜੇ ਨੇ ਉਹ ਦੁਕਾਨਾਂ ਤੇ ਰੱਖਦੇ ਨੇ ਕਿਉਂਕਿ ਕੀਮਤੀ ਬੜਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਦੁਕਾਨ ਤੇ ਵਿਕਦਾ ਇਹ ਹੀਰਾ ਵੇਖਿਆ। ਕਾਰਨ ਕੀ ਸੀ? ਕਿਉਂਕਿ ਬਣਜਨ ਹਾਰੈ ਬਾਹਰਾ ਕੌਡੀ ਬਦਲੇ ਜਾਏ। ਵਪਾਰ ਕਰਨ ਵਾਲਾ ਨਹੀਂ ਸੀ, ਉਸ ਹੀਰੇ ਦੀ ਅਹਿਮੀਅਤ ਨੂੰ ਪਹਿਚਾਨਣ ਵਾਲਾ ਨਹੀਂ ਸੀ। ਤੇ ਸਿੱਖੋ ਮੈਂ ਬੇਨਤੀ ਕਰਾਂ ਅੱਜ ਸ਼ਬਦ ਰੂਪੀ ਹੀਰਾ ਵੀ ਜਿਹੜਾ ਹੈ ਉਹ ਅੱਜ ਦੇਹ ਧਾਰੀਆਂ ਬਾਬਿਆਂ, ਪਖੰਡੀਆਂ, ਅਖੌਤੀ ਬਣੇ ਮਹਾਂਪੁਰਸ਼ਾਂ ਤੇ ਸੰਤਾਂ ਦੀਆਂ ਉਹਨਾਂ ਡੇਰੇ ਰੂਪੀ ਦੁਕਾਨਾਂ ਦੇ ਉੱਤੇ ਵਿਕ ਰਿਹਾ ਹੈ। ਕਾਰਨ ਇਹ ਹੈ ਵੀ ਸਿੱਖ ਨੇ ਅੱਜ ਇਸ ਅਮੋਲਕ ਸ਼ਬਦ ਦੇ ਨਾਲ ਸਾਂਝ ਬਣਾਉਣੀ ਜਿਹੜੀ ਹੈ ਉਹ ਛੱਡ ਦਿੱਤੀ ਹੈ। ਤਾਈਓ ਤਾਂ ਤੁਸੀਂ ਵੇਖੋ ਕਿਤੇ ਪਾਠਾਂ ਦੀਆਂ ਲੜੀਆਂ ਦੇ ਨਾਮ ਦੇ ਉੱਤੇ ਸਾਡੇ ਇਸ ਸ਼ਬਦ ਨੂੰ ਵੇਚਿਆ ਜਾ ਰਿਹਾ ਤੇ ਕਿਤੇ ਕਿਸੇ ਢੰਗ ਦੇ ਨਾਲ ਇਸ ਸ਼ਬਦ ਨੂੰ ਵੇਚਿਆ ਜਾ ਰਿਹਾ। ਕਾਰਨ ਇਹ ਹੈ ਵੀ ਅੱਜ ਸਿੱਖ ਨੇ ਸ਼ਬਦ ਦੇ ਨਾਲ ਵਪਾਰ ਕਰਨਾ ਬੰਦ ਕਰ ਦਿੱਤਾ ਹੈ। ਜਿਹੜੀ ਗੱਲ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਬਣਜਨ ਹਾਰੈ ਬਾਹਰਾ ਕੌਡੀ ਬਦਲੇ ਜਾਏ। ਆਓ ਗੁਰੂ ਕਿਰਪਾ ਕਰੇ ਇਸ ਮਹਾਨ ਸ਼ਬਦ ਨੂੰ ਸਮਝ ਸਕੀਏ, ਇਸ ਦੀ ਕੀਮਤ ਨੂੰ ਜਾਣੀਏ ਤੇ ਇਸ ਦੇ ਨਾਲ ਆਪਾਂ ਵਪਾਰ ਕਰਨਾ ਆਪ ਸ਼ੁਰੂ ਕਰੀਏ ਤਾਂ ਕਿ ਇਹ ਸ਼ਬਦ ਅਮੋਲਕ ਦਾਤ ਜਿਹੜੀ ਹੈ ਇਹ ਅਮੋਲਕ ਬਣੀ ਰਵੇ। ਇਹ ਕਿਸੇ ਦੰਬੀ, ਕਿਸੇ ਪਖੰਡੀ ਦੀ ਡੇਰੇ ਰੂਪੀ ਦੁਕਾਨ ਦੇ ਉੱਤੇ ਜਾ ਕੇ ਵਿਕਣੋਂ ਰਹਿ ਜਾਵੇ। ਸਤਿਗੁਰੂ ਜੀ ਮਿਹਰਾਮਤ ਕਰਨ ਤੇ ਇਹ ਤਾਂ ਹੀ ਹੋਵੇਗਾ ਜੇ ਅਸੀਂ ਆਪ ਬਾਣੀ ਨੂੰ ਪੜ੍ਹ ਕੇ ਆਪ ਬਾਣੀ ਨੂੰ ਸਮਝਣ ਦਾ ਯਤਨ ਕਰਾਂਗੇ। ਅਖੀਰ ਇਹ ਬੇਨਤੀ ਹੈ ਕੱਲਾ ਸਿੱਖ ਆਪਣਾ ਸਹਿਜ ਪਾਠ ਪ੍ਰਾਰੰਭ ਕਰੇ, ਬਾਣੀ ਆਪ ਪੜ੍ਹੇ, ਬਾਣੀ ਨੂੰ ਆਪ ਵਿਚਾਰੇ ਤਾਂ ਕਿ ਇਹ ਜੋ ਸ਼ਬਦ ਰੂਪੀ ਰਤਨ ਹੈ ਇਸ ਸ਼ਬਦ ਰੂਪੀ ਰਤਨ ਦੀ ਉਹ ਕੀਮਤ ਬਰਕਰਾਰ ਰਹਿ ਸਕੇ। ਇਹ ਦੰਬੀਆਂ ਤੇ ਪਖੰਡੀਆਂ ਦੇ ਡੇਰਿਆਂ ਦੇ ਵਿੱਚ ਆਮ ਵਿਕੇ ਨਾ। ਖੈਰ ਸਤਿਗੁਰੂ ਜੀ ਮਿਹਰਾਮਤ ਕਰਨ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।